ਹੈਲੋ ਸਟੂਡੈਂਟਸ, ਹੁਣ ਅਸੀਂ ਆਪਣੀ ਪੋਲੀਟੀਕਲ ਸਾਇੰਸ ਦੀ ਕਲਾਸ ਦੇ ਵਿੱਚ ਪ੍ਰਿੰਸ ਜਿਹੜੀ ਮੈਕਿਆਵਲੀ ਦੀ ਰਚਨਾ ਕੀ ਦਾ ਪ੍ਰਿੰਸ ਦੇ ਵਿੱਚ ਮੈਕਿਆਵਲੀ ਵੱਲੋਂ ਰਾਜਕੁਮਾਰ ਨੂੰ ਦਿੱਤੇ ਉਪਦੇਸ਼ਾਂ ਦਾ ਵਰਣਨ ਕਰਦੇ ਹਾਂ, ਜਾਂ ਫਿਰ ਸੁਚਾਰੂ ਅਤੇ ਕੁਸ਼ਲ ਰੂਪ ਦੇ ਵਿੱਚ ਸ਼ਾਸਨ ਸੰਚਾਲਨ ਦੇ ਲਈ ਮੈਕਿਆਵਲੀ ਨੇ ਰਾਜੇ ਨੂੰ ਕਿਹੜੇ ਗੁਣ ਦੱਸੇ ਨੇਗੇ। ਠੀਕ ਹੈ, ਤਾਂ ਦਾ ਪ੍ਰਿੰਸ ਦੇ ਵਿੱਚ ਉਹਦੇ ਕੀ ਕੁਛ ਉਹਨੇ ਆਪਣੇ ਵਿਚਾਰ ਪੇਸ਼ ਕੀਤੇ ਨੇ। ਦਾ ਪ੍ਰਿੰਸ ਨਾਮਕ ਗ੍ਰੰਥ ਦੇ ਵਿੱਚ ਮੈਕਿਆਵਲੀ ਦੇ ਜਿਹੜੇ ਵਿਸ਼ੇਸ਼ ਉਹਨੇ ਗੁਰ ਦੱਸੇ ਨੇ, ਉਹ ਕਿਹੜੇ ਕਿਹੜੇ ਨੇ, ਅਸੀਂ ਉਹਨਾਂ ਦੇ ਬਾਰੇ ਅੱਜ ਪੜ੍ਹਨ ਲੱਗੇ ਹਾਂ। ਤਾਂ ਪ੍ਰਾਚੀਨ ਟਕਸਨ ਵੰਸ਼ ਦੇ ਨਾਲ ਸੰਬੰਧਿਤ ਮੈਕਿਆਵਲੀ ਇਟਲੀ ਦਾ ਇੱਕ ਮਹਾਨ ਦਾਰਸ਼ਨਿਕ ਸੀਗਾ। ਉਸਦਾ ਜਨਮ 1469 ਈਸਵੀ ਦੇ ਵਿੱਚ ਇਟਲੀ ਦੇ ਫਲੋਰੈਂਸ ਦੇ ਵਿੱਚ ਹੋਇਆ। ਤਾਂ ਉਹਨਾਂ ਦੇ ਪਿਤਾ ਇੱਕ ਵਕੀਲ ਸੀਗੇ, ਤਾਂ ਵਕੀਲ ਦੇ ਘਰ ਵਿੱਚ ਉਹਨਾਂ ਦਾ ਜਨਮ ਹੋਇਆ। ਤਾਂ ਉਹ ਪਲੈਟੋ, ਅਰਸਤੂ ਸਮੇਤ ਵੱਖ-ਵੱਖ ਵਿਦਵਾਨਾਂ ਦੀਆਂ ਰਚਨਾਵਾਂ ਦਾ ਅਧਿਐਨ ਕਰਨ ਤੋਂ ਬਾਅਦ ਉਹਨਾਂ ਨੇ ਜੋ ਵਿਚਾਰ ਪੇਸ਼ ਕੀਤੇ ਨੇ, ਉਹਨਾਂ ਨੂੰ ਉਸ ਸਮੇਂ ਜਿਹੜੀ ਸੀ ਕਾਫੀ ਪ੍ਰਸਿੱਧੀ ਹਾਸਲ ਹੋਈ। ਤਾਂ ਭਾਰਤ ਦੇ ਵਿੱਚ ਜੋ ਸਥਾਨ ਰਾਜਨੀਤੀ ਦੇ ਖੇਤਰ ਵਿੱਚ ਚਾਣਕਿਆਂ ਨੂੰ ਦਿੱਤਾ ਜਾਂਦਾ ਗਾ, ਅਸਲ ਦੇ ਵਿੱਚ ਉਹੀ ਸਥਾਨ ਹੈ ਜਿਹੜਾ ਪੱਛਮੀ ਰਾਜਨੀਤਿਕ ਚਿੰਤਨ ਮੈਕਿਆਵਲੀ ਨੂੰ ਵੀ ਦਿੱਤਾ ਜਾਂਦਾ ਹੈਗਾ। ਠੀਕ ਹੈ, ਵੀ ਭਾਰਤ ਦੇ ਵਿੱਚ ਅਸੀਂ ਚਾਣਕਿਆਂ ਨੂੰ ਉੱਤਮ ਦਰਜਾ ਦਿੰਦੇ ਹਾਂ ਰਾਜਨੀਤੀ ਦੇ ਵਿੱਚ, ਤਾਂ ਪੱਛਮੀ ਜਿਹੜੀ ਰਾਜਨੀਤਿਕ ਚਿੰਤਨ ਆ ਉਹਦੇ ਵਿੱਚ ਮੈਕਿਆਵਲੀ ਨੂੰ ਵੀ ਉਹੀ ਦਰਜਾ ਪ੍ਰਾਪਤ ਹੈਗਾ। ਤਾਂ ਮੈਕਿਆਵਲੀ ਅਸਲ ਦੇ ਵਿੱਚ ਫਿਲੋਸਫਰ ਨਹੀਂ ਸੀਗਾ, ਉਹ ਇੱਕ ਫਿਲੋਸਫਰ ਤਾਂ ਨਹੀਂ ਸੀ, ਪਰ ਉਹ ਇੱਕ ਉੱਘਾ ਰਾਜਨੀਤਿਕ ਆਗੂ ਸੀਗਾ, ਜਿਸ ਨੂੰ ਕਿ ਉਸ ਸਮੇਂ ਦੇ ਹਾਲਾਤਾਂ ਨੇ ਰਾਜਨੀਤੀ ਤੋਂ ਦੂਰ ਰਹਿਣ ਦੇ ਲਈ ਮਜਬੂਰ ਕੀਤਾ। ਤਾਂ ਆਪਣੇ ਰਾਜਨੀਤੀ ਤੋਂ ਸੰਨਿਆਸ ਦੇ ਸਮੇਂ ਉਸਨੇ ਜ਼ਿੰਦਗੀ ਭਰ ਦੇ ਤਜਰਬਿਆਂ ਨੂੰ ਅਧਿਐਨ ਕਰਨ ਅਤੇ ਉਸ ਦੇ ਆਧਾਰ 'ਤੇ ਸਿੱਟੇ ਕੱਢ ਕੇ ਉਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਪੇਸ਼ ਕੀਤਾ। ਤਾਂ ਮੈਕਿਆਵਲੀ ਨੇ ਪ੍ਰਾਚੀਨ ਰੋਮਨ ਗ੍ਰੰਥਾਂ ਦਾ ਵੀ ਅਧਿਐਨ ਕੀਤਾ ਅਤੇ ਉਸਨੇ ਕਈ ਕਿਤਾਬਾਂ ਦੀ ਰਚਨਾ ਵੀ ਕੀਤੀ, ਤਾਂ ਜਿਨ੍ਹਾਂ ਦੇ ਵਿੱਚੋਂ ਦਾ ਪ੍ਰਿੰਸ ਨਾਮਕ ਜਿਹੜੀ ਬੁੱਕ ਹੈ ਬਹੁਤ ਜ਼ਿਆਦਾ ਪ੍ਰਸਿੱਧ ਹੋਈ। ਤਾਂ ਉਸਨੇ ਅਰਸਤੂ ਦੇ ਵਾਂਗ ਹੀ ਇਤਿਹਾਸਕ ਵਿਧੀ, ਨਿਰਣਾਤਮਕ ਵਿਧੀ, ਯਥਾਰਥਵਾਦ, ਵਿਗਿਆਨਿਕ ਅਤੇ ਤੁਲਨਾਤਮਕ ਵਿਸ਼ਲੇਸ਼ਣਾਤਮਕ ਜਿਹੜੇ ਤੱਤਾਂ ਨੂੰ ਕਾਫੀ ਜ਼ਿਆਦਾ ਮਹੱਤਵ ਦਿੱਤਾ। ਤਾਂ ਉਸ ਦਾ ਕਹਿਣਾ ਸੀ ਕਿ ਅੱਜ ਦੇ ਯੁੱਗ ਦੇ ਵਿੱਚ ਮਨੁੱਖ ਦਾ ਜੋ ਸੁਭਾਅ ਹੈ, ਪ੍ਰਾਚੀਨ ਕਾਲ ਦੇ ਵਿੱਚ ਮਨੁੱਖ ਦੇ ਸੁਭਾਅ ਜਿਹੜਾ ਇਸ ਤਰ੍ਹਾਂ ਦਾ ਨਹੀਂ ਸੀਗਾ, ਮਤਲਬ ਉਦੋਂ ਬਹੁਤ ਅਲੱਗ ਸੀਗਾ, ਵੀ ਉਵੇਂ ਦੇ ਹੀ ਸੀ, ਮਤਲਬ ਥੋੜ੍ਹਾ ਬਹੁਤ ਹੀ ਡਿਫਰੈਂਸ ਸੀਗਾ। ਤਾਂ ਉਸ ਦਾ ਕਹਿਣਾ ਹੈਗਾ ਕਿ ਇਤਿਹਾਸਿਕ ਵਿਧੀ ਹੀ ਰਾਜਨੀਤੀ ਸ਼ਾਸਤਰ ਦੇ ਅਧਿਐਨ ਦੀ ਸਹੀ ਵਿਧੀ, ਜਿਹੜੀ ਇਤਿਹਾਸਿਕ ਵਿਧੀ ਹੈਗੀ ਉਹ ਰਾਜਨੀਤੀ ਸ਼ਾਸਨ ਦਾ ਅਧਿਐਨ ਕਰਨ ਦੇ ਲਈ ਇੱਕ ਢੁਕਵੀਂ ਵਿਧੀ ਆ। ਇਸ ਸੰਬੰਧੀ ਦਾਰਸ਼ਨਿਕ ਡਨਿੰਗ ਦਾ ਕਹਿਣਾ ਹੈ ਕਿ ਮੈਕਿਆਵਲੀ ਦੀ ਜਿਹੜੀ ਪ੍ਰਣਾਲੀ ਹੈ ਦੇਖਣ ਦੇ ਵਿੱਚ ਵਧੇਰੇ ਇਤਿਹਾਸਿਕ ਲੱਗਦੀ ਹੈਗੀ। ਠੀਕ ਹੈ, ਕਿ ਇਤਿਹਾਸਿਕ ਵਧੇਰੇ ਅਸਲ ਦੇ ਰੂਪ ਵਿੱਚੋਂ ਹੈ ਨਹੀਂ, ਪਰ ਹੈ ਨਾ। ਤਾਂ ਮੈਕਿਆਵਲੀ ਵੱਲੋਂ ਆਪਣੇ ਰਾਜਕੁਮਾਰ ਨੂੰ ਜਿਹੜੇ ਉੱਤਮ ਗੁਰ ਦੱਸੇ ਗਏ ਨੇ ਦਾ ਪ੍ਰਿੰਸ ਨਾਮਕ ਬੁੱਕ ਦੇ ਵਿੱਚ, ਤਾਂ ਮੈਕਿਆਵਲੀ ਨੇ ਜੋ ਰਾਜ ਪ੍ਰਬੰਧ ਦੇ ਸਿਧਾਂਤ ਪੇਸ਼ ਕੀਤਾ ਹੈਗਾ, ਤਾਂ ਉਸ ਦੇ ਵਿੱਚ ਉਸਨੇ ਆਪਣੇ ਰਾਜਕੁਮਾਰ ਨੂੰ ਸਭ ਤੋਂ ਉੱਤਮ ਜਿਹੜੇ ਗੁਣ ਨੇ ਉਹ ਸਿਖਾਏ ਨੇ। ਅਸਲ ਦੇ ਵਿੱਚ ਉਸਦੀ ਰਚਨਾ ਜਿਹੜੀ ਪ੍ਰਿੰਸ ਹੈਗੀ ਉਹਦੇ ਵਿੱਚ ਉਹਨੇ ਉਪਦੇਸ਼ ਹੀ ਨਹੀਂ, ਸਗੋਂ ਉਹਨੇ ਆਪਣੇ ਜਿਹੜੇ ਰਾਜਕੁਮਾਰ ਉਹਦਾ ਕਲਪਨਾ ਕਰੀ, ਉਹਨੇ ਆਪਣੇ ਰਾਜਕੁਮਾਰ ਦੀ ਇੱਕ ਕਾਲਪਨਿਕ ਰਾਜਕੁਮਾਰ ਨੂੰ ਦਿੱਤੇ ਨੇ ਜਿਹੜੇ ਉਹਨੇ ਉਪਦੇਸ਼। ਤਾਂ ਆਪਣੀ ਕਿਤਾਬ ਪ੍ਰਿੰਸ ਦੀ ਭੂਮਿਕਾ ਦੇ ਵਿੱਚ ਮੈਕਿਆਵਲੀ ਨੇ ਲਿਖਿਆ ਕਿ ਇਸ ਕਿਤਾਬ ਦੇ ਵਿੱਚ ਉਹਨਾਂ ਨੇ ਕਿਸੇ ਮਹੱਤਵਪੂਰਨ ਸਿਧਾਂਤ ਦਾ ਵਿਕਾਸ ਨਹੀਂ ਕੀਤਾ, ਨਾ ਹੀ ਸੁਨਹਿਰੀ ਯੁੱਗ ਦਾ ਵਰਣਨ ਕੀਤਾ। ਤਾਂ ਮੈਕਿਆਵਲੀ ਨੇ ਜੋ ਰਾਜ ਪ੍ਰਬੰਧ ਦਾ ਸਿਧਾਂਤ ਪੇਸ਼ ਕੀਤਾ ਗਾ, ਉਸ ਦੇ ਵਿੱਚ ਉਸਨੇ ਆਪਣੇ ਰਾਜਕੁਮਾਰ ਨੂੰ ਸਭ ਤੋਂ ਉੱਤਮ ਗੁਰ ਸਿਖਾਏ ਨੇ। ਤਾਂ ਉਹਨਾਂ ਦਾ ਵਰਣਨ ਅਸੀਂ ਹੁਣ ਕਰਨ ਲੱਗੇ ਹਾਂ ਕਿ ਆਪਣੀ ਕਿਤਾਬ ਦਾ ਪ੍ਰਿੰਸ ਦੇ ਵਿੱਚ ਉਹਨੇ ਆਪਣੇ ਰਾਜਕੁਮਾਰ ਨੂੰ ਜਾਂ ਇੱਕ ਰਾਜਕੁਮਾਰ ਨੂੰ ਕੀ ਕੀ ਗੁਣ ਦੱਸੇ ਨੇ, ਅਸੀਂ ਉਹਦੇ ਬਾਰੇ ਹੁਣ ਪੜ੍ਹਦੇ ਆਂਗੇ। ਤਾਂ ਦਾ ਪ੍ਰਿੰਸ ਦੇ ਵਿੱਚ ਸਭ ਤੋਂ ਪਹਿਲਾ ਗੁਣ ਹੈ ਜਿਹੜਾ ਮੈਕਿਆਵਲੀ ਦੱਸਦੇ ਆ ਦਾ ਪ੍ਰਿੰਸ ਦੇ ਵਿੱਚ, ਉਹ ਹੈ ਉਦਾਰਤਾ। ਠੀਕ ਹੈ, ਤਾਂ ਮੈਕਿਆਵਲੀ ਇੱਕ ਮਜ਼ਬੂਤ ਰਾਸ਼ਟਰੀ ਰਾਜ ਦੇ ਹੱਕ ਵਿੱਚ ਸੀ। ਉਹ ਚਾਹੁੰਦਾ ਸੀ ਕਿ ਇਟਲੀ ਦੇ ਜਿਹੜੇ ਵੱਖ-ਵੱਖ ਰਾਜ ਨੇ ਉਹਨਾਂ ਦੇ ਵਿੱਚ ਏਕਤਾ ਲਿਆਂਦੀ ਜਾਵੇ। ਤਾਂ ਉਸਦਾ ਇਹ ਵੀ ਵਿਚਾਰ ਸੀ ਕਿ ਰਾਜ ਦੇ ਸ਼ਾਸਕ ਨੂੰ ਆਪਣੇ ਜਿਹੜੇ ਨਿੱਜੀ ਆਚਰਣ ਹੈ ਉਹਨੂੰ ਇਸ ਤਰ੍ਹਾਂ ਬਣਾਉਣਾ ਚਾਹੀਦਾ ਕਿ ਲੋੜ ਦੇ ਅਨੁਸਾਰ ਉਹ ਆਚਰਣ ਦੇ ਵਿੱਚ ਤਬਦੀਲੀ ਕਰ ਸਕੇ, ਚੇਂਜ ਕਰ ਸਕੇ। ਮੈਕਿਆਵਲੀ ਦਾ ਕਹਿਣਾ ਸੀ ਕਿ ਸ਼ਾਸਕ ਦਾਨੀ ਵੀ ਹੋਣਾ ਚਾਹੀਦਾ ਹੈ, ਪਰ ਲੋੜ ਪੈਣ 'ਤੇ ਸ਼ਾਸਕ ਨੂੰ ਕੰਜੂਸ ਵੀ ਹੋ ਜਾਣਾ ਚਾਹੀਦਾ, ਕਿਉਂਕਿ ਸ਼ਾਸਕ ਦੇ ਵਿੱਚ ਉਦਾਰਤਾ ਦਾ ਗੁਣ ਹੋਣਾ ਮੈਕਿਆਵਲੀ ਦੇ ਅਨੁਸਾਰ ਜ਼ਰੂਰੀ ਸੀਗਾ। ਉਸ ਤੋਂ ਬਾਅਦ ਹੈ ਸ਼ਕਤੀਸ਼ਾਲੀ ਫੌਜ, ਪਾਵਰਫੁਲ ਮਿਲਟਰੀ। ਤਾਂ ਮੈਕਿਆਵਲੀ ਦਾ ਵਿਚਾਰ ਸੀਗਾ ਕਿ ਇੱਕ ਰਾਜ ਦੀ ਅੰਦਰੂਨੀ ਇੰਟਰਨਲ ਯਾਨੀ ਕਿ ਬਾਹਰੀ ਐਕਸਟਰਨਲ ਸੁਰੱਖਿਆ ਦੇ ਲਈ ਰਾਸ਼ਟਰੀ ਫੌਜ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ।
ਉਸਦਾ ਕਹਿਣਾ ਸੀ ਕਿ ਰਾਜ ਦੀ ਫੌਜ ਇੰਨੀ ਜ਼ਿਆਦਾ ਸ਼ਕਤੀਸ਼ਾਲੀ ਹੋਣੀ ਚਾਹੀਦੀ ਹੈ ਕਿ ਕੋਈ ਵੀ ਜਿਹੜਾ ਵੈਰੀ ਆ ਉਸ ਵੱਲ ਅੱਖ ਚੱਕ ਕੇ ਨਾ ਦੇਖ ਸਕੇ। ਤਾਂ ਉਹ ਵਿਦੇਸ਼ੀਆਂ ਨੂੰ ਫੌਜ ਵਿੱਚ ਭਰਤੀ ਕਰਨ ਦੇ ਵੀ ਵਿਰੁੱਧ ਸੀਗਾ। ਉਹ ਕਹਿੰਦਾ ਸੀ ਵੀ ਜਿਹੜੇ ਪਹਾੜੇ ਦੇ ਫੌਜੀ ਨੇ ਉਹਨਾਂ ਨੂੰ ਰੱਖਣ ਦਾ ਵੀ ਉਹ ਵਿਰੋਧੀ ਸੀਗਾ। ਅਸਲ ਦੇ ਵਿੱਚ ਉਹ ਇਹੀ ਕਹਿੰਦਾ ਹੁੰਦਾ ਸੀ ਕਿ ਸਿਰਫ ਜਿਹੜੇ ਰਾਜ ਦੇ ਨਾਗਰਿਕ ਨੇਗੇ ਉਹਨਾਂ ਨੂੰ ਹੀ ਫੌਜ ਦੇ ਵਿੱਚ ਭਰਤੀ ਕਰਨਾ ਚਾਹੀਦਾ ਹੈ। ਉਸ ਤੋਂ ਬਾਅਦ ਹੈ ਸ਼ਕਤੀ ਦੀ ਵਰਤੋਂ, ਯੂਜ਼ਸ ਆਫ ਪਾਵਰ। ਤਾਂ ਮੈਕਿਆਵਲੀ ਨੇ ਆਪਣੇ ਕਲਪਿਤ ਰਾਜਕੁਮਾਰ ਨੂੰ ਸ਼ਕਤੀ ਦੀ ਹਰ ਤਰ੍ਹਾਂ ਦੀ ਵਰਤੋਂ ਕਰਨ ਦੇ ਵੀ ਗੁਰ ਸਿਖਾਈ ਸੀ ਉਹਨੇ। ਉਹਦਾ ਕਹਿਣਾ ਸੀ ਕਿ ਇੱਕ ਸ਼ਾਸਕ ਲਈ ਜਿਹੜੀ ਸ਼ਕਤੀ ਦੀ ਵਰਤੋਂ ਕਰਨੀ ਬਹੁਤ ਜ਼ਰੂਰੀ ਹੈ ਤਾਂ ਕਿ ਜਨਤਾ ਦੇ ਵਿੱਚ ਸ਼ਾਸਕ ਦਾ ਡਰ ਬਣਿਆ ਰਹੇ। ਉਹ ਕਹਿੰਦਾ ਇੱਕ ਸ਼ਾਸਕ ਨੂੰ ਆਪਣਾ ਜਿਹੜਾ ਰਾਜ ਹੈ ਉਹਨੂੰ ਕਾਇਮ ਰੱਖਣ ਦੇ ਲਈ ਆਪਣੇ ਵਿਰੋਧੀਆਂ ਨੂੰ ਸ਼ਕਤੀ ਨਾਲ ਦਬਾ ਦੇਣਾ ਚਾਹੀਦਾ ਹੈ। ਤਾਂ ਉਹ ਇਹ ਚਾਹੁੰਦਾ ਹੈ ਕਿ ਵਿਰੋਧੀ ਰਾਜਾਂ ਨੂੰ ਆਪਣੇ ਅਧੀਨ ਕਰਨ ਦੇ ਲਈ ਰਾਜਾ ਸ਼ਕਤੀ ਦੀ ਜ਼ੁਲਮ ਭਰੀ ਵਰਤੋਂ ਵੀ ਕਰ ਸਕਦਾ ਵਾ। ਉਸ ਤੋਂ ਬਾਅਦ ਹੈ ਯੁੱਧ ਕਲਾ ਵਿੱਚ ਮਾਹਿਰ, ਐਕਸਪਰਟ ਵਾਰਫੇਅਰ ਔਰ ਆਰਟ ਆਫ ਵਾਰ। ਤਾਂ ਮੈਕਿਆਵਲੀ ਦਾ ਇਹ ਵੀ ਕਹਿਣਾ ਹੈ ਕਿ ਜਿਹੜਾ ਰਾਜਾ ਹੈ ਉਹਨੂੰ ਯੁੱਧ ਕਲਾ ਦੇ ਵਿੱਚ ਮਾਹਰ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਉਹਦਾ ਇਹ ਵੀ ਕਹਿਣਾ ਹੈ ਕਿ ਇੱਕ ਰਾਜਾ ਆਪਣਾ ਰਾਜ ਚੰਗੀ ਤਰ੍ਹਾਂ ਉਦੋਂ ਹੀ ਚਲਾ ਸਕਦਾ ਹੈ ਜਦੋਂ ਉਹ ਖੁਦ ਸੈਨਾਪਤੀ ਹੋਵੇ ਅਤੇ ਖੁਦ ਲੜਾਈ ਦੇ ਵਿੱਚ ਅੱਗੇ ਹੋ ਕੇ ਫੌਜ ਦੀ ਅਗਵਾਈ ਕਰ ਸਕੇ। ਕਿ ਰਾਜਾ ਇਹੋ ਜਿਹਾ ਹੋਣਾ ਚਾਹੀਦਾ ਹੈਗਾ, ਖੁਦ ਇੱਕ ਸੈਨਾਪਤੀ ਹੋਵੇ ਜਿਹੜਾ ਰਾਜਾ, ਤਾਂ ਕਿ ਜਿਹੜੀ ਆਪਣੀ ਫੌਜ ਹੈ ਉਹਦੀ ਚੰਗੀ ਤਰ੍ਹਾਂ ਅਗਵਾਈ ਕਰ ਸਕੇ। ਉਸ ਤੋਂ ਬਾਅਦ ਹੈ ਜੀ ਦਿਖਾਵਾ, ਡਿਮੋਨਸਟ੍ਰੇਸ਼ਨ। ਤਾਂ ਆਪਣੀ ਕਿਤਾਬ ਦੇ ਵਿੱਚ ਪ੍ਰਿੰਸ, ਜਿਹੜੀ ਕਿਤਾਬ ਆ ਉਹਦੀ ਪ੍ਰਿੰਸ ਦੇ ਵਿੱਚ ਮੈਕਿਆਵਲੀ ਨੇ ਕਿਹਾ ਕਿ ਰਾਜੇ ਨੂੰ ਦਿਖਾਵੇ ਦੀ ਨੀਤੀ ਵੀ ਅਪਣਾ ਲੈਣੀ ਚਾਹੀਦੀ ਹੈ। ਇਹਦਾ ਭਾਵ ਇਹ ਸੀ ਕਿ ਰਾਜੇ ਨੂੰ ਦਿਖਾਵਾ ਤਾਂ ਆਪਣੇ ਦਾਨੀ ਹੋਣ ਦਾ ਕਰਨਾ ਚਾਹੀਦਾ ਕਿ ਮੈਂ ਬਹੁਤ ਵੱਡਾ ਦਾਨੀ ਆ, ਪਰ ਅਸਲ ਦੇ ਵਿੱਚ ਉਹ ਜਿਹੜਾ ਖਜ਼ਾਨੇ ਦੀ ਵਰਤੋਂ ਵੀ ਉਹਨੂੰ ਸੋਚ ਸਮਝ ਕੇ ਕਰਨੀ ਚਾਹੀਦੀ ਹੈ ਕਿ ਜਿਹੜਾ ਖਜ਼ਾਨਾ ਹੈ ਸਰਕਾਰੀ ਉਹਨੂੰ ਫਾਲਤੂ ਦੇ ਵਿੱਚ ਖਰਚ ਨਹੀਂ ਕਰਨਾ ਚਾਹੀਦਾ। ਉਸ ਤੋਂ ਬਾਅਦ ਹੈ ਜੀ ਅਰਥ ਸ਼ਾਸਤਰ ਦਾ ਮਾਹਿਰ, ਐਕਸਪਰਟ ਇਨ ਇਕਨੋਮਿਕਸ। ਤਾਂ ਮੈਕਿਆਵਲੀ ਦੇ ਅਨੁਸਾਰ ਰਾਜੇ ਨੂੰ ਅਰਥ ਸ਼ਾਸਤਰ ਦੇ ਵਿੱਚ ਮਾਹਰ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਉਸ ਨੂੰ ਆਪਣੇ ਰਾਜ ਦੇ ਵਿੱਚ ਇਹੋ ਜਿਹੀ ਆਰਥਿਕ ਵਿਵਸਥਾ ਕਰਨੀ ਚਾਹੀਦੀ ਹੈ ਜਿਹਦੇ ਨਾਲ ਕਿ ਸਾਰੇ ਲੋਕ ਸੰਤੁਸ਼ਟ ਹੋ ਜਾਣ, ਸਾਰੇ ਲੋਕ ਸੰਤੁਸ਼ਟ ਰਹਿਣ ਕਿ ਉਹਦੀ ਅਰਥ ਵਿਵਸਥਾ ਵੀ ਬਹੁਤ ਜ਼ਿਆਦਾ ਵਧੀਆ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਹੈ ਜੀ ਹਰਮਨ ਪਿਆਰਾ, ਹਰਮਨ ਪਿਆਰਾ ਯਾਨੀ ਕਿ ਪਾਪੂਲਰ। ਤਾਂ ਮੈਕਿਆਵਲੀ ਕਹਿੰਦੇ ਨੇ ਕਿ ਉਹ ਰਾਜਾ ਲੰਬੇ ਸਮੇਂ ਤੱਕ ਰਾਜ ਕਰ ਸਕਦਾ ਹੈ ਜੋ ਲੋਕਾਂ ਦੇ ਵਿੱਚ ਹਰਮਨ ਪਿਆਰਾ ਹੋਵੇ, ਪਾਪੂਲਰ ਹੋਵੇ। ਤਾਂ ਉਸ ਦੇ ਅਹੁਦੇ ਦਾ ਮਜ਼ਬੂਤ ਆਧਾਰ ਇਹ ਹੈ ਕਿ ਰਾਜੇ ਦੀ ਪ੍ਰਜਾ ਨੂੰ ਰਾਜੇ ਦੀ ਲੋੜ ਹਮੇਸ਼ਾ ਮਹਿਸੂਸ ਹੁੰਦੀ ਰਹੇ। ਅਤੇ ਉਹਦਾ ਇਹ ਵੀ ਕਹਿਣਾ ਹੈ ਕਿ ਰਾਜਗੱਦੀ ਲਈ ਸੰਘਰਸ਼ ਜਿਹੜੇ ਕੁਝ ਕੁ ਲੋਕ ਕਰਦੇ ਨੇਗੇ ਤਾਂ ਉਹਨਾਂ ਦੀ ਵਿਰੋਧਤਾ ਜਿਹੜੀ ਆ ਉਹ ਰਾਜੇ ਦਾ ਕੁਝ ਨਹੀਂ ਵਿਗਾੜ ਸਕਦੀ। ਪਰ ਜੇ ਰਾਜਾ ਲੋਕਾਂ ਦੇ ਵਿੱਚ ਹਰਮਨ ਪਿਆਰਾ ਨਹੀਂ ਹੈਗਾ ਤਾਂ ਉਹਦੀ ਗੱਦੀ ਦੇ ਲਈ ਸੰਕਟ ਪੈਦਾ ਹੋ ਸਕਦਾ। ਤਾਂ ਲੋਕਾਂ ਦੇ ਵਿੱਚ ਰਾਜੇ ਦਾ ਹਰਮਨ ਪਿਆਰਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਉਸ ਤੋਂ ਅੱਗੇ ਹੈ ਜੀ ਮੌਕਾ ਪ੍ਰਸਤ, ਠੀਕ ਹੈ, ਕਿ ਰਾਜੇ ਨੂੰ ਜਿਹੜਾ ਆਪਣੇ ਰਾਜ ਦੀ ਸਫਲਤਾ ਦੇ ਲਈ ਅਤੇ ਆਪਣੀ ਗੱਦੀ ਨੂੰ ਕਾਇਮ ਰੱਖਣ ਦੇ ਲਈ ਇਹ ਸਮਝ ਲੈਣਾ ਚਾਹੀਦਾ ਕਿ ਨਾ ਤਾਂ ਉਹਦਾ ਕੋਈ ਸਥਾਈ ਦੁਸ਼ਮਣ ਹੈ ਅਤੇ ਨਾ ਹੀ ਉਹਦਾ ਕੋਈ ਸਥਾਈ ਦੋਸਤ ਹੈਗਾ। ਤਾਂ ਸਮੇਂ ਦੇ ਅਨੁਸਾਰ ਰਾਜੇ ਦੇ ਦੁਸ਼ਮਣਾਂ ਅਤੇ ਦੋਸਤਾਂ ਦੇ ਵਿੱਚ ਚੇਂਜ ਆਉਂਦਾ, ਤਬਦੀਲੀ ਆਉਂਦੀ ਰਹਿੰਦੀ ਆ। ਉਸ ਦਾ ਇਹ ਕਹਿਣਾ ਹੈ ਕਿ ਹਰ ਰਾਜੇ ਨੂੰ ਮੌਕਾ ਪ੍ਰਸਤ ਹੋਣਾ ਚਾਹੀਦਾ ਅਤੇ ਮੌਕੇ ਦੇ ਅਨੁਸਾਰ ਦੋਸਤੀ ਅਤੇ ਦੁਸ਼ਮਣੀ ਹੈ ਜਿਹੜੀ ਉਹ ਪਰਖ ਕੇ ਕਰਨੀ ਚਾਹੀਦੀ ਹੈਗੀ। ਉਸ ਤੋਂ ਅੱਗੇ ਹੈ ਜੀ ਕਿਲ੍ਹੇਬੰਦੀ। ਕਿਲ੍ਹੇਬੰਦੀ ਦੇ ਵਿੱਚ ਕੀ ਸੀ, ਫੋਰਟੀਫਾਈਂਗ, ਕਿ ਰਾਜੇ ਨੂੰ ਬਾਹਰੀ ਹਮਲਿਆਂ ਤੋਂ ਬਚਾਓ ਦੇ ਲਈ ਰਾਜਧਾਨੀ ਦੇ ਵਿੱਚ ਇੱਕ ਵੱਡੇ ਕਿਲ੍ਹੇ ਦਾ ਨਿਰਮਾਣ ਵੱਡੇ ਕਿਲ੍ਹੇ ਦੇ ਰੂਪ ਵਿੱਚ ਦੇਣਾ ਚਾਹੀਦਾ ਹੈਗਾ। ਤਾਂ ਉਹਦਾ ਇਹ ਵੀ ਕਹਿਣਾ ਕਿ ਰਾਜੇ ਨੂੰ ਹਰ ਸਮੇਂ ਘੱਟ ਤੋਂ ਘੱਟ 1 ਸਾਲ ਦੇ ਲਈ ਖਾਣ ਪੀਣ ਦੀਆਂ ਚੀਜ਼ਾਂ ਅਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਹਥਿਆਰ ਨੇ ਉਹ ਜਮ੍ਹਾਂ ਕਰਕੇ ਰੱਖਣੇ ਚਾਹੀਦੇ ਨੇ ਤਾਂ ਕਿ ਲੋੜ ਪੈਣ 'ਤੇ ਉਹਨਾਂ ਦੀ ਵਰਤੋਂ ਕਰ ਸਕੇ। ਠੀਕ। ਉਸ ਤੋਂ ਬਾਅਦ ਹੈ ਜੀ ਬਗਾਵਤ ਨੂੰ ਦਬਾਉਣਾ, ਦ ਐਂਡ ਆਫ ਰਿਵੋਲਟ। ਤਾਂ ਰਾਜੇ ਨੂੰ ਚਾਹੀਦਾ ਹੈ ਕਿ ਰਾਜ ਦੇ ਵਿੱਚ ਸ਼ਾਂਤੀ ਵਿਵਸਥਾ ਦੇ ਲਈ ਉਪਰਾਲੇ ਕਰੇ ਅਤੇ ਰਾਜ ਦੇ ਵਿੱਚ ਹੋਣ ਵਾਲੀਆਂ ਜਿਹੜੀਆਂ ਬਗਾਵਤਾਂ ਨੇਗੀਆਂ ਉਹਨਾਂ ਨੂੰ ਸਖਤੀ ਦੇ ਨਾਲ ਦਬਾ ਦੇਵੇ। ਤਾਂ ਇਸ ਦੇ ਨਾਲ ਹੀ ਮੈਕਿਆਵਲੀ ਇਹ ਵੀ ਕਹਿੰਦਾ ਹੈ ਕਿ ਰਾਜੇ ਨੂੰ ਕਿਸੇ ਵੀ ਦੋਸ਼ੀ ਦੀ ਜਿਹੜੀ ਜਾਇਦਾਦ ਆ ਉਹ ਜ਼ਬਤ ਨਹੀਂ ਕਰਨੀ ਚਾਹੀਦੀ ਹੈਗੀ, ਕਿਉਂਕਿ ਲੋਕ ਆਪਣੇ ਪਿਤਾ ਦੀ ਮੌਤ ਨੂੰ ਤਾਂ ਭੁੱਲ ਜਾਣਗੇ ਪਰ ਜਿਹੜੀ ਉਹਦੀ ਜਾਇਦਾਦ ਦਾ ਨੁਕਸਾਨ ਹੋਇਆ ਉਹਨੂੰ ਕਦੇ ਨਹੀਂ ਭੁੱਲਦੇ ਹੈਗੇ। ਇਸ ਲਈ ਬਗਾਵਤ ਨੂੰ ਦਬਾਉਣ ਵੇਲੇ ਜਿਹੜੇ ਬਾਗੀ ਲੋਕ ਨੇ ਉਹਨਾਂ ਦੀ ਜਾਇਦਾਦ ਕਦੇ ਵੀ ਜ਼ਬਤ ਨਹੀਂ ਕਰਨੀ ਚਾਹੀਦੀ।
ਉਸ ਤੋਂ ਬਾਅਦ ਹੈ ਜੀ ਕਾਨੂੰਨ, ਲਾਅ। ਤਾਂ ਹਰ ਰਾਜੇ ਨੂੰ ਚਾਹੀਦਾ ਕਿ ਆਪਣੇ ਰਾਜ ਦੇ ਵਿੱਚ ਕਾਨੂੰਨ ਨੂੰ ਸਖਤੀ ਨਾਲ ਲਾਗੂ ਕਰੇ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਜਿਹੜੇ ਲੋਕ ਨੇਗੇ ਉਹਨਾਂ ਨੂੰ ਸਖਤ ਸਜ਼ਾ ਦੇਵੇ, ਤਾਂ ਕਿ ਕੋਈ ਵੀ ਵਿਅਕਤੀ ਹੈ ਜਿਹੜਾ ਅਪਰਾਧ ਕਰਨ ਤੋਂ ਤੌਬਾ ਕਰ ਲਵੇ। ਉਸ ਤੋਂ ਬਾਅਦ ਹੈ ਜਨਤਕ ਸੰਸਥਾਵਾਂ ਦਾ ਸਨਮਾਨ। ਠੀਕ ਹੈ ਜੀ। ਰਿਸਪੈਕਟ ਟੂ ਵੈਲਫੇਅਰ ਇੰਸਟੀਟਿਊਸ਼ਨਸ। ਤਾਂ ਰਾਜ ਦੇ ਵਿੱਚ ਸ਼ਾਂਤੀ ਕਾਇਮ ਰੱਖਣ, ਏਕਤਾ, ਭਾਈਚਾਰੇ ਦੀ ਭਾਵਨਾ ਨੂੰ ਵਧਾਉਣ ਦੇ ਲਈ ਇਹ ਜ਼ਰੂਰੀ ਹੈ ਕਿ ਰਾਜਾ ਨਾਗਰਿਕਾਂ ਵੱਲੋਂ ਬਣਾਈਆਂ ਗਈਆਂ ਜਿਹੜੀਆਂ ਜਨਤਕ ਸੰਸਥਾਵਾਂ ਨੇ ਉਹਨਾਂ ਦਾ ਸਨਮਾਨ ਕਰੇ ਅਤੇ ਰਾਜੇ ਦੇ ਜਿਹੜਾ ਰਾਜਾ ਹੈਗਾ ਰਾਜੇ ਦੇ ਲੋਕਾਂ ਨੂੰ ਉਚਿਤ ਸਨਮਾਨ ਦੇਣ ਨਾਲ ਲੋਕਾਂ ਦੇ ਵਿੱਚ ਆਪਣੇਪਣ ਦੀ ਭਾਵਨਾ ਜਾਗਦੀ ਹੈ, ਤਾਂ ਲੋਕ ਨੇ ਜਿਹੜੇ ਬਗਾਵਤ ਜਾਂ ਦੇਸ਼ ਧਰੋਹ ਕਰਨ ਬਾਰੇ ਨਹੀਂ ਸੋਚਦੇ ਹੈਗੇ। ਤਾਂ ਉਪਰੋਕਤ ਅਸੀਂ ਜੋ ਵੀ ਉਹਦੀ ਬੁੱਕ ਦਾ ਪ੍ਰਿੰਸ ਦੇ ਵਿੱਚ ਉਹਨੇ ਵਿਚਾਰ ਲਿਖੇ ਨੇ, ਅਸੀਂ ਉਹਨਾਂ ਦੇ ਬਾਰੇ ਪੜ੍ਹਿਆ, ਤਾਂ ਇਹ ਸਭ ਕੁਛ ਜਾਣਨ ਤੋਂ ਬਾਅਦ ਅੰਤ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਮੈਕਿਆਵਲੀ ਦੀ ਜਿਹੜੀ ਰਚਨਾ ਹੈ ਦਾ ਪ੍ਰਿੰਸ ਉਹਦੇ ਵਿੱਚ ਉਸਨੇ ਆਪਣੇ ਕਾਲਪਨਿਕ ਰਾਜਕੁਮਾਰ ਜਿਹੜਾ ਉਹਨੇ ਇੱਕ ਕਾਲਪਨਿਕ ਰਾਜਕੁਮਾਰ ਨੂੰ ਇਹ ਵਿਚਾਰ ਦਿੱਤੇ ਨੇ, ਇਹ ਗੁਣ ਦਿੱਤੇ ਨੇ, ਤਾਂ ਉੱਤਮ ਗੁਰਾਂ ਦੀ ਜਾਣਕਾਰੀ ਸਾਨੂੰ ਇਹਦੇ ਵਿੱਚ ਮਿਲਦੀ ਆ। ਅਸਲ ਦੇ ਵਿੱਚ ਇਹ ਕਿਤਾਬ ਰਾਜਨੀਤੀ ਦੇ ਵਿਸ਼ੇ ਉੱਪਰ ਲਿਖੀ ਗਈ ਹੈ ਕਿ ਰਾਜਨੀਤੀ ਜਿਹੜੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਆ, ਪਰ ਕੁਝ ਕੁ ਵਿਦਵਾਨ ਕਹਿੰਦੇ ਨੇ ਕਿ ਇਹ ਕਿਤਾਬ ਉਹਨੇ ਮੜਿੱਕੀ ਇੱਕ ਸੀਗਾ ਰਾਜਕੁਮਾਰ ਉਹਨੂੰ ਖੁਸ਼ ਕਰਨ ਦੇ ਲਈ ਲਿਖੀ ਸੀਗੀ। ਤਾਂ ਅਸੀਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਜਿਹੜੀ ਮੈਕਿਆਵਲੀ ਦੀ ਰਚਨਾ ਦਾ ਪ੍ਰਿੰਸ ਨਾਮ ਦਾ ਗ੍ਰੰਥ ਹੈਗਾ, ਇਹ ਰਾਜੇ ਨੂੰ ਬਹੁਤ ਹੀ ਵਧੀਆ ਉਪਦੇਸ਼ ਦਿੱਤੇ ਆ ਕਿ ਰਾਜਾ ਜਿਹੜਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਉਹਨੂੰ ਕੀ ਕੀ ਕੰਮ ਕਰਨੇ ਚਾਹੀਦੇ ਨੇਗੇ। ਠੀਕ ਹੈ, ਕਿਸ ਤਰ੍ਹਾਂ ਉਹਨੂੰ ਕਾਨੂੰਨ ਬਣਾਉਣਾ ਚਾਹੀਦਾ ਹੈ, ਕਿਸ ਤਰ੍ਹਾਂ ਉਹਨੂੰ ਜਨਤਕ ਸੰਸਥਾਵਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਲੋਕਾਂ ਦੇ ਵਿੱਚ ਪਾਪੂਲਰ ਹੋਣਾ ਚਾਹੀਦਾ। ਆਈ ਹੋਪ ਤੁਹਾਨੂੰ ਦ ਪ੍ਰਿੰਸ ਦੇ ਵਿੱਚ ਜੋ ਵਿਚਾਰ ਲਿਖੇ ਗਏ ਨੇ ਉਹ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ। ਮੈਂ ਉਮੀਦ ਕਰਦੀ ਹਾਂ ਕਿ ਇਹ ਤੁਸੀਂ ਚੰਗੀ ਤਰ੍ਹਾਂ ਸਮਝ ਲਿਆ ਹੋਵੇਗਾ। ਸੋ ਥੈਂਕ ਯੂ।